ਕਹਿੰਦੇ ਨੇ ਜਿਨ੍ਹਾਂ ਨੂੰ ਮਿਹਨਤ ਦੀ ਆਦਤ ਹੁੰਦੀ ਹੈ ਉਹ ਕਦੀ ਵੀ ਮੰਗ ਕੇ ਨਹੀਂ ਖਾਂਦੇ। ਦੇਖ ਲਓ ਇਸ ਵੀਰ ਨੂੰ ਜਿਹੜਾ ਲੱਤਾਂ ਤੋਂ ਤਾਂ ਅਪਾਹਿਜ ਹੈ ਪਰ ਸੋਚ ਬਿਲਕੁਲ ਵੀ ਅਪਾਹਿਜ ਨਹੀਂ, ਜਿਸ ਦਾ ਹੌਸਲਾ ਇੰਨਾ ਹੈ ਕਿ ਮਿਹਨਤ ਕਰਕੇ ਮੰਗ ਕੇ ਨਹੀਂ ਕਮਾ ਕੇ ਖਾ ਰਿਹਾ ਹੈ। ਇਸ ਤਰ੍ਹਾਂ ਦੇ ਵੀਰ ਨੂੰ ਸ਼ੇਅਰ ਕਰਨਾ ਬਣਦਾ ਹੈ। ਅਜੇ ਜੀ ਬਹੁਤ ਸਾਰੇ ਇਸ ਤਰ੍ਹਾਂ ਦੇ ਇਨਸਾਨ ਨੇ ਜਿਨ੍ਹਾਂ ਦੇ ਹੱਥ ਪੈਰ ਸਲਾਮਤ ਹੁੰਦੇ ਨੇ, ਪਰ ਅਸੀਂ ਦੇਖਦੇ ਹਾਂ ਧਾਰਮਿਕ ਸਥਾਨਾਂ ਦੇ ਬਾਹਰ ਬੈਠੇ ਹੋਏ ਦੂਜਿਆਂ ਦੇ ਸਾਹਮਣੇ ਹੱਥ ਫੈਲਾਉਂਦੇ ਹੋਏ ਨਜ਼ਰ ਆਉਂਦੇ ਨੇ, ਪਰ ਤੁਸੀਂ ਫਿਰ ਵੀ ਮਿਹਨਤ ਨੂੰ ਤਰਜੀਹ ਦੇ ਰਹੇ ਹੋ। ਕੀ ਕਹੋਗੇ सर? उसके बारे में मैं कहना चाहूँगा वो उनकी सोच है। रब जो करता है ना चंगा करता है, बहुत बेहतर करता है, बेहतर से बेहतर करता है। दोनों लत्तां खराब है ਕੀ ਹੋਇਆ ਸੀ? पोलियो हो गया थी सर ਕਿੰਨੇ ਚਿਰ ਤੋਂ? बचपन से। ਅਜੇ ਜੀ ਪਰਿਵਾਰ ਦੇ ਵਿੱਚ ਜਾਨਣਾ ਚਾਹੁੰਦੇ ਕਿੰਨੇ ਮੈਂਬਰ ਨੇ ਤੁਹਾਡੇ? सर मेरे तो मम्मी पापा पूरे हो गए, मेरा कोई भाई बहन हैगा नहीं, मैं तो अकेला हूँ। 2 बच्चे हैं मेरे, मेरी बीवी भी पूरी हो गई, 5 साल हो गए। ਤੇ ਕਿਹੜੇ ਹਾਲਾਤਾਂ ਦੇ ਵਿੱਚ ਫਿਰ ਬੱਚੇ ਪਾਲੇ? मतलब 1 साल का था तो मैं अपना रेडी पे बिठा के दूध पिला पिला के पाला है मैंने। रेडी पे बिठा के सामान भी बेचता था और इसको काम भी करता था, साथ में इसके लिए खाना पीना का दूध भी रखता था। ਅਜੇ ਕਿੰਨੀ ਦਿਹਾੜੀ ਪੈ ਜਾਂਦੀ ਤੁਹਾਨੂੰ ਇਹ ਜਿਹੜੇ ਬੱਚਿਆਂ ਦੇ ਖਿਡੌਣੇ ਵਿੱਚ? 150 200 तो जितना माल बिक जाएगा उतना पैसा बन जाता है। कभी बिकता है कभी नहीं बिकता है। ਕਿੰਨੇ ਜਿਹੜਾ ਸਫ਼ਰ ਜਿਹੜਾ ਰੋਜ਼ ਦਾ ਤੈਅ ਹੁੰਦਾ ਇਸ ਰੇਹੜੀ ਦੇ ਉੱਪਰ ਤੁਹਾਡਾ, ਕਿਉਂਕਿ ਬਹੁਤ ਦੂਰ ਦੂਰ ਤਾਈਂ ਜਾਣਾ ਪੈਂਦਾ ਹੋਏ ਜਿਹੜਾ ਬੱਚਿਆਂ ਦੇ ਖਿਡੌਣੇ ਵਿੱਚ? 12-13 किलोमीटर, 14 भी हो जाए, 15 भी हो जाए, ना हो जाता है सर। 12 ਰੇਡ ਦੇ ਨਾਲ ਬੱਚੇ ਇਸ ਤਰ੍ਹਾਂ ही ਚੱਲਦੇ ਤੁਹਾਡੇ? हाँ नाल एक बच्चा रेडी पे बैठा लेता हूँ, एक बच्चा धक्का लगाता है तो वो थक जाता है तो फिर उसको बैठा लेता हूँ, एक पे धक्का लगाता। बच्चों को तंग नहीं करता, मैं हाथ से भी चला लेता हूँ। मौसम बदलता है तो उदों फिर किवें चाहे बारिश होवे चाहे जो मर्जी होवे, मेरे को डेली आना ही आना है। बारिश में भी आता हूँ सर। बारिश भी पड़ रही होगी तो गीले हो जाते हैं हम तीनों, फिर भी काम करते हैं। ਤੁਸੀਂ ਰੇੜੀ ਨੂੰ ਰੇੜ ਰਹੇ ਸੀ ਪਿਤਾ ਜੀ ਦੇ ਨਾਲ, ਤੇ ਰੋਜ਼ ਹੀ ਆਉਂਦੇ ਹੋ ਇਸ ਤਰ੍ਹਾਂ? रोज ही आते हैं डेली। ਇਹ ਬੇਟਾ ਜੀ ਪੜਨ ਤੋਂ ਬਾਅਦ ਕਿਸ ਚੀਜ਼ ਦਾ ਅਫਸਰ ਬਣਨਾ ਤੁਸੀਂ? पुलिस अफसर। ਤੁਸੀਂ ਜੁੜੇ ਹੋ ਨੇਸ਼ਨ ਪੋਸਟ ਨਾਲ। ਮੈਂ ਹਾਂ ਤੁਹਾਡਾ ਦੋਸਤ ਧਰਮਵੀਰ ਗਿੱਲ ਲਾਲੀ। ਵਾਹ ਵਾਹ ਮੇਰੇ ਰੱਬਾ, ਜਿਨ੍ਹਾਂ ਨੂੰ ਤੂੰ ਹੱਥ ਪੈਰ ਸਲਾਮਤ ਦਿੱਤੇ ਨੇ ਉਹ ਧਾਰਮਿਕ ਸਥਾਨਾਂ ਦੇ ਬਾਹਰ ਸਾਨੂੰ ਨਜ਼ਰ ਆਉਂਦੇ ਨੇ ਹੱਥ ਫੈਲਾਉਂਦੇ ਹੋਏ। ਪਰ ਅੱਜ ਤਸਵੀਰਾਂ ਤੁਹਾਨੂੰ ਦਿਖਾਉਣ ਜਾ ਰਿਹਾ ਅੰਮ੍ਰਿਤਸਰ ਦੀਆਂ। ਜਿਹੜਾ ਵੀਰ ਅਪਾਹਿਜ ਹੈ, ਪਰ ਅਪਾਹਿਜ ਉਸ ਦੀ ਸੋਚ ਨਹੀਂ ਹੈ, ਆਪਣੇ ਪਰਿਵਾਰ ਨੂੰ ਪਾਲਣ ਵਾਸਤੇ ਮਿਹਨਤ ਕਰ ਰਿਹਾ ਹੈ। ਔਰ ਮਿਹਨਤ ਵੀ ਇਸ ਤਰ੍ਹਾਂ ਦੀ ਕਿ ਧੁੱਪੇ ਰੇੜੀ ਲਾਉਂਦਾ ਹੈ, ਰੇੜੀ ਵੀ ਬੱਚੇ ਰੇੜ ਰਹੇ ਨੇ ਉਸਦੀ। ਤੇ ਤਸਵੀਰਾਂ ਵਿੱਚ ਤੁਸੀਂ ਦੇਖ ਰਹੇ ਹੋ 2 ਛੋਟੇ ਛੋਟੇ ਬੱਚੇ ਨੇ ਆਪਣੇ ਬਾਪ ਨੂੰ ਰੇੜੀ ਦੇ ਉੱਪਰ ਬਿਠਾਉਣ ਤੋਂ ਬਾਅਦ ਉਹ ਰੇੜੀ ਰੇੜਦੇ ਨੇ, ਅਤੇ ਬਾਪ ਜਿਹੜਾ ਖਿਡੌਣੇ ਵੇਚਦਾ ਹੋਇਆ ਨਜ਼ਰ ਆਉਂਦਾ, ਅਤੇ 100-150 ਰੁਪਈਆ ਜਿਹੜੀ ਦਿਹਾੜੀ ਪਾਉਂਦਾ ਉਹ, ਤੇ ਉਸ ਨਾਲ ਹੀ ਆਪਣਾ ਪਰਿਵਾਰ ਚਲਾਉਂਦਾ ਹੈ। ਸੋ ਵੀਰ ਨੂੰ ਪੋਲੀਓ ਹੋਇਆ ਪਰ ਅਪਾਹਿਜ ਨਹੀਂ ਹੈ ਉਸਦੀ ਸੋਚ। ਤੇ ਸਾਨੂੰ ਸੇਧ ਵੀ ਲੈਣੀ ਚਾਹੀਦੀ ਇਹੋ ਜਿਹੇ ਇਨਸਾਨਾਂ ਤੋਂ ਕਿ ਆਪਾਂ ਜਿਹੜੇ ਰੱਬ ਨੂੰ ਤਾਨੇ ਮਿਹਨੇ ਮਾਰਦੇ ਹਾਂ ਹੱਥ ਪੈਰ ਸਹੀ ਸਲਾਮਤ ਹੋਣ ਦੇ ਬਾਵਜੂਦ ਵੀ, ਫਿਰ ਵੀ ਅਸੀਂ ਰੱਬ ਨੂੰ ਤਾਨੇ ਮਿਹਨੇ ਮਾਰਦੇ ਹੋਏ ਨਜ਼ਰ ਆਉਂਦੇ ਹਾਂ। ਜੇ ਰੱਬਾ ਸਾਡੇ ਨਸੀਬਾਂ ਵਿੱਚ ਇਹ ਚੀਜ਼ ਨਹੀਂ ਹੈ, ਪਰ ਫਿਰ ਵੀ ਧੰਨੇ ਵੀਰ ਜਿਹੜਾ ਇੰਨੀ ਧੁੱਪ ਦੇ ਵਿੱਚ ਵੀ ਆਪਣੇ ਮਿਹਨਤ ਨਾਲ ਪਰਿਵਾਰ ਪਾ ਰਿਹਾ ਹੈ। ਸੋ ਵੀਰ ਨਾਲ ਗੱਲਬਾਤ ਕਰਦੇ ਹਾਂ। ਵੀਰ ਜੀ ਨਾਮ ਜੀ ਹੈ ਤੁਹਾਡਾ? अजय। ਅਜੇ ਵੀਰੇ ਮੈਂ ਦੇਖ ਰਿਹਾ ਤੁਸੀਂ ਬੜੀ ਮਿਹਨਤ ਨਾਲ ਆਪਣਾ ਪਰਿਵਾਰ ਪਾਲ ਰਹੇ ਹੋ, ਬੱਚੇ ਨਾਲ ਨੇ ਤੁਹਾਡੇ। ਹੋਇਆ ਕੀ ਹੈ ਤੁਹਾਨੂੰ ਵੈਸੇ? सर होया क्या है, अब देख रहे हो हैंडीकैप हूँ मैं, दोनों टांग नहीं हैगी मेरी, दोनों लत्तां खराब हैगी हैं। ਕੀ ਹੋਇਆ ਸੀ? पोलियो हो गया थी सर छोटे ਕਿੰਨੇ ਚਿਰ ਤੋਂ? बचपन से। ਤੇ ਅਜੇ ਇਲਾਜ ਨਹੀਂ ਹੋ ਪਾਇਆ ਤੁਹਾਡਾ ਪੋਲੀਓ ਤੋਂ ਬਾਅਦ? इलाज कराया सी, मेरे मम्मी पापा थे जब, मम्मी इलाज बहुत कराया सी, दिल्ली तक इलाज कराया, मेरा घर बार बेच दिया था उन्होंने, जगह जुगह भी बेची थी मेरे इलाज के वास्ते, फिर भी नहीं ठीक होया सी। ਤੇ ਅਜੇ ਜੀ ਪਰਿਵਾਰ ਦੇ ਵਿੱਚ ਜਾਨਣਾ ਚਾਹੁੰਦੇ ਕਿੰਨੇ ਮੈਂਬਰ ਨੇ ਤੁਹਾਡੇ? सर मेरे तो मम्मी पापा पूरे हो गए, मेरा कोई भाई बहन हैगा नहीं, मैं तो अकेला हूँ। 2 बच्चे हैं मेरे, मेरी बीवी भी पूरी हो गई, 5 साल हो गए उन्हें। ਤੇ ਬੱਚੇ ਵੀ ਅਸੀਂ ਦੇਖ ਰਹੇ ਹਾਂ ਨਾਲ, ਤੁਸੀਂ ਆਪਣੇ ਨਾਲ ਧੁੱਪ ਦੇ ਵਿੱਚ ਲੈ ਕੇ ਸਮਾਨ ਵੇਚ ਰਹੇ ਹੋ, ਬੱਚਿਆਂ ਦੇ ਹੀ ਖਿਡੌਣੇ ਵੇਚ ਰਹੇ ਹੋ ਤੁਸੀਂ, ਤੇ ਬੱਚੇ ਵੀ ਤੁਹਾਡੇ ਨਾਲ ਨੇ। बच्चे स्कूल जाते हैं सर, मेरे सरकारी स्कूल में पाया है मैंने, जो मैं सरकार फीस प्राइवेट की भर नहीं सकता अभी, तो मेरा माहौल ख़राब चल रहा है, सर्कल बीवी है नहीं। तो बीवी थी जब मैं दुकान करता था, बत्ती की लाइट का काम था मेरा, बत्ती का। अच्छा। जो पक्के वेल्डिंग करता था बैठे बैठे मैं, मोटर ठीक करता था, टीवी ठीक करता था। कोई काम बंद हो गया, जब बीवी पूरी हो गई तो मैं दुकान भी बंद कर दिया। बच्चों पर ध्यान लगा रहा हूँ सारा, जो भी मिल जाता है उसमें अपना बच्चों का गुजारा करता हूँ। ਅਜੇ ਜੀ ਜਦੋਂ ਬੱਚਿਆਂ ਦੀ ਮਾਤਾ ਜੀ ਇਸ ਦੁਨੀਆ ਨੂੰ ਅਲਵਿਦਾ ਕਹਿ ਗਈ ਤਾਂ ਕਿੰਨਾ ਕੁ ਪਰੇਸ਼ਾਨੀਆਂ ਰਹੀਆਂ, ਕਿਉਂਕਿ ਬੱਚੇ ਛੋਟੇ ਸੀ, ਪਾਲੇ ਕਿਹੜੀਆਂ ਮੁਸੀਬਤਾਂ ਦੇ ਵਿੱਚ ਪਾਲੇ ਨੇ ਤੁਸੀਂ ਬੱਚੇ? बहुत रोया था इनकी माँ के लिए।
रो रो के मैंने सारी अपनी हालत ख़राब कर ली, इतना रोया था मैं। ਕਿੰਨੇ ਚਿਰ ਦਾ ਸੀ ਬੱਚੇ ਜਦੋਂ ਇਹਨਾਂ ਦੀ ਮਾਤਾ जी पूरे ਨੇ? 5 ये मतलब 1 साल का था सर, ये छोटा वाला, और वो 2 साल का था। ਤੇ ਬੜੀ ਮੁਸੀਬਤਾਂ ਆਈਆਂ ਹੋਣਗੀਆਂ, ਬੱਚੇ ਵੀ ਪਾਲਣੇ, ਪਰਿਵਾਰ ਵੀ ਚਲਾਉਣਾ, ਤੇ ਕਿਹੜੇ ਹਾਲਾਤਾਂ ਦੇ ਵਿੱਚ ਫਿਰ ਬੱਚੇ ਪਾਲੇ ਤੁਸੀਂ? ਉਹਨੂੰ ਕੈਂਸਰ ਹੋ ਗਿਆ ਸੀ ਮੇਰੀ ਵੋਟੀ ਨੂੰ, ਕੈਂਸਰ ਦੇ ਨਾਲ ਖਤਮ ਹੋ ਨਹੀਂ ਗਿਆ। ਤਾਂ ਬੱਚੇ ਕਿਸ ਤਰ੍ਹਾਂ ਪਾਲੇ ਤੁਸੀਂ ਫਿਰ? ਕਿਉਂਕਿ ਤੁਸੀਂ ਵੀ ਅਪਾਹਿਜ ਜੋ ਤੁਹਾਡੇ ਆਪਣਾ ਬੱਚੇ ਵੀ ਛੋਟੇ ਸੀ, ਉਤੋਂ ਤੁਹਾਡੀ ਪਤਨੀ ਜਿਹੜੀ ਵਾਈਫ ਤੁਹਾਡੀ ਉਹ ਵੀ ਤੁਹਾਡਾ ਸਾਥ ਛੱਡ ਕੇ ਦੁਨੀਆ ਤੋਂ ਚਲੀ बड़ा वाला बच्चा तो नानके चला गया ही, ये तो नानी ने पाला ही बड़ा। निक्का वाला मेरे को था, ये तो निक्का वाला एक 1.5 मतलब 1 साल का था, तो मैं अपना रेडी पे बिठा के इन्हें दूध पिला पिला के पाला है मैंने। रेडी पे बिठा के सामान भी बेचता था और इसको काम भी करता था, साथ में इसके लिए खाना पीना का दूध भी रखता था। ਕਿਆ ਬਾਤ ਹੈ। ਦੇਖ ਲਓ ਜੀ, ਮਾਵਾਂ ਤਾਂ ਬੱਚੇ ਸੰਭਾਲਦੀਆਂ ਹੀ ਨੇ, ਮਾਵਾਂ ਰੱਬ ਦਾ ਰੂਪ ਹੁੰਦਾ, ਪਰ ਬਾਪ ਵੀ ਜਿਹੜਾ ਆਪਣੀ ਮਿਹਨਤ ਨਾਲ ਬੱਚੇ ਪਾਲਦਾ ਹੈ। ਪਰ ਜਦੋਂ ਇਸ ਤਰ੍ਹਾਂ ਦੀ ਮੁਸੀਬਤ ਪੈ ਜਾਂਦੀ ਹੈ, ਛੋਟੇ ਬੱਚੇ ਹੁੰਦੇ ਨੇ, ਉਹਨਾਂ ਨੂੰ ਪਾਲਣਾ ਵੀ, ਉਹਨਾਂ ਦੇ ਪਾਲਣ ਪੋਸ਼ਣ ਵਾਸਤੇ ਉਹਨਾਂ ਦੀ ਰੋਜੀ ਰੋਟੀ ਦੀ ਵੀ ਟੈਨਸ਼ਨ ਰਹਿੰਦੀ ਹੋਏਗੀ। ਤੇ ਅਜੇ ਜੀ ਮੈਂ ਦੇਖ ਰਿਹਾ ਜੇ ਬੜੀ ਮਿਹਨਤ ਨਾਲ ਤੁਹਾਡੇ ਬੱਚੇ ਨੇ ਤੁਹਾਡੀ ਰੇਹੜੀ ਨੂੰ ਜਿਹੜਾ ਧੱਕਦੇ ਹੋਏ ਨਜ਼ਰ ਆ ਰਹੇ ਨੇ। ਉੱਪਰੋਂ ਧੁੱਪ ਇੰਨੀ ਪੈ ਰਹੀ ਸੀ, ਉੱਪਰੋਂ ਬੱਚੇ ਦੇ ਪੈਰਾਂ ਦੇ ਵਿੱਚ ਚੱਪਲ ਵੀ ਹੈ ਨਹੀਂ ਹੈ, ਤੇ ਕਿਵੇਂ ਚੱਲਦਾ ਫਿਰ ਸਾਰਾ ਇਹ? सर अब जितना मेरे पास बजट होगा उतना ही खर्चा कर पाऊंगा ना। जैसे कपड़े हैं मेरे पास, जैसे मैंने पाए हैं वैसे बच्चों ने भी पाए हैं। जितना बजट है उस हिसाब से चलता हूँ। ਅਜੇ ਕਿੰਨੀ ਦਿਹਾੜੀ ਪੈ ਜਾਂਦੀ ਤੁਹਾਨੂੰ ਇਹ ਜਿਹੜੇ ਬੱਚਿਆਂ ਦੇ ਖਿਡੌਣੇ ਵੇਚਦੇ? 150, 200, कभी 250 भी हो जाए, ऐसे ये बेचने के ऊपर होता है सर। जो जितना माल बिक जाएगा उतना पैसा बन जाता है, कभी बिकता है कभी नहीं बिकता है। जैसे रह जाता है 100 रह जाता है, 100 में तो गुजारा करना पैंदा है। जी। पर रोटी पानी भी घर ही बना के खिलाता हूँ मैं, बाहर से नहीं खाते, घर ही बनाते हैं रोटी पानी। ਆਪ ਹੀ ਬਣਾਉਂਦੇ ਰੋਟੀ ਵੀ? हाँ मैं ही बनाता हूँ सर। ਤੇ ਬੱਚਿਆਂ ਦੇ ਪੈਰਾਂ ਦੇ ਵਿੱਚ ਚੱਪਲ ਵੀ ਨਹੀਂ ਹੈ, ਚੱਪਲ ਤਾਂ ਲੈ ਦੇਣੀ ਸੀ ਬੱਚਿਆਂ ਨੂੰ ਜੀ। ਚੱਪਲ मिल बांट के बनाते हैं खाना, हम बच्चे पानी लेके आते हैं मेरे लिए, तो मैं आटा लगाता हूँ तो रोटी बनती है। ऐसे करके मिल बांट के घर चल रहा है, अपना परिवार पाल रहे हैं। ਇਹ ਰੇੜੀ ਕਿੰਨੇ ਜਿਹੜਾ ਸਫ਼ਰ ਜਿਹੜਾ ਰੋਜ਼ ਦਾ ਤੈਅ ਹੁੰਦਾ ਇਸ ਰੇੜੀ ਦੇ ਉੱਪਰ ਤੁਹਾਡਾ? ਕਿਉਂਕਿ ਬਹੁਤ ਦੂਰ ਦੂਰ ਤਾਈਂ ਜਾਣਾ ਪੈਂਦਾ ਹੋਏਗਾ ਬੱਚਿਆਂ ਦੇ ਖਿਡੌਣੇ ਵਿੱਚ। 12-13 किलोमीटर, 14 भी हो जाए, 15 भी हो जाए, ना हो जाता है सर। ਤੇ ਬੱਚੇ ਰੇੜ ਦੇ ਨਾਲ ਬੱਚੇ ਇਸ ਤਰ੍ਹਾਂ ਹੀ ਚੱਲਦੇ ਤੁਹਾਡੇ? हाँ नाल एक बच्चा रेडी पे बैठा लेता हूँ, एक बच्चा धक्का लगाता है तो वो थक जाता है तो फिर उसको बैठा लेता हूँ, एक पे धक्का लगाता। मैं हाथ से भी चलाता हूँ ना, हाथ से भी चलाता हूँ, बच्चों को तंग नहीं करता, मैं हाथ से भी चला लेता हूँ रेडी। ਤੇ ਮੈਨੂੰ ਇਹ ਦੱਸੋ, ਜਿੱਥੇ ਤੁਸੀਂ ਰਹਿ ਰਹੇ ਹੋ ਤੁਹਾਡਾ ਆਪਣਾ ਮਕਾਨ ਹੈ, ਕਿਵੇਂ ਰਹਿੰਦੇ ਹੋ ਤੁਸੀਂ? हाँ मकान कच्चा है सर, मेरा अपना मकान है, पर लेकिन कच्चा है, लेंटर नहीं हैगा, कच्ची छत हैगी। ਤੇ ਹੁਣ ਰੋਜੀ ਰੋਟੀ ਇਸੇ ਰੇੜੀ ਤੋਂ ਚੱਲ ਰਹੀ ਤੁਹਾਡੀ? ਰੋਜੀ ਜਿਹੜੀ ਚੱਲਦੀ ਹੈ, ਰੋਟੀ ਚੱਲਦੀ ਹੈ, ਇਸੇ ਰੇੜੀ ਤੋਂ ਚੱਲ? हाँ रेडी से ही चल रही सर, और कोई कारोबार नहीं हैगा इस टाइम मेरे पास। ਤੇ ਜਦੋਂ ਬਰਸਾਤ ਹੁੰਦੀ ਹੈ, ਮੌਸਮ ਬਦਲਦਾ ਹੈ, ਤਾਂ ਉਦੋਂ ਫਿਰ ਕਿਵੇਂ ਰੋਜੀ? चाहे बारिश होवे चाहे जो मर्जी होवे, मेरे को डेली आना ही आना है। बारिश में भी आता हूँ सर, बारिश भी पड़ रही होगी तो गीले हो जाते हैं हम तीनों, फिर भी काम करते हैं। ਪਰ ਅਜੇ ਜੀ ਬਹੁਤ ਸਾਰੇ ਇਸ ਤਰ੍ਹਾਂ ਦੇ ਇਨਸਾਨ ਨੇ ਜਿਨ੍ਹਾਂ ਦੇ ਹੱਥ ਪੈਰ ਸਲਾਮਤ ਹੁੰਦੇ ਨੇ, ਪਰ ਅਸੀਂ ਦੇਖਦੇ ਹਾਂ ਧਾਰਮਿਕ ਸਥਾਨਾਂ ਦੇ ਬਾਹਰ ਬੈਠੇ ਹੋਏ ਦੂਜਿਆਂ ਦੇ ਸਾਹਮਣੇ ਹੱਥ ਫੈਲਾਉਂਦੇ ਹੋਏ ਨਜ਼ਰ ਆਉਂਦੇ ਨੇ, ਜਾਂ ਰੱਬ ਨੂੰ ਤਾਨੇ ਮਿਹਣੇ ਮਾਰਦੇ ਨੇ ਕਿ ਰੱਬਾ ਸਾਨੂੰ ਇਹ ਚੀਜ਼ ਨਹੀਂ ਦਿੱਤੀ, ਸਾਡੇ ਜੋ ਪੈਸੇ ਹੈ ਨਹੀਂ ਹੈ, ਜੇ ਪੈਸੇ ਹੁੰਦੇ ਤਾਂ ਅਸੀਂ ਵੀ ਆਪਣਾ ਬਿਜ਼ਨਸ ਚਲਾ ਪਾਉਂਦੇ, ਪਰ ਤੁਸੀਂ ਫਿਰ ਵੀ ਮਿਹਨਤ ਨੂੰ ਤਰਜੀਹ ਦੇ ਰਹੇ ਹੋ। ਕੀ ਕਹੋਗੇ? सर उसके बारे में मैं कहना चाहूँगा, वो उनकी सोच है। रब जो करता है ना चंगा करता है, बहुत बेहतर करता है, बेहतर से बेहतर करता है। जो जिसके कर्म है वो उसको भोगना ही पैना है। अच्छे कर्म करके आएगा तो वो अच्छा मिलेगा उसको, अगर कोई गलत कर्म करके आया है तो उसको वो भोगना है। तो रब को दोष क्या दोना, कर्म जी हम अपने खुद बनाते हैं, कर्म रब नहीं लिखता। रब जी कर्म जो हम लिखवाते हैं रब से, जैसे चंगा कर्म करेंगे तो चंगा ही लिखेगा, माड़ा करके आएंगे तो वो माड़ा ही मिलना है। इसमें रब का दोष नहीं है, रब की कसूरी नहीं होती, रब का कोई दोष नहीं है इसमें। ये उनकी सोच है, गंदी सोच है। अगर ये सोच बदल लें तो ये पूरा जमाना बदल जाए, है ना। जैसे अपने सबको रिल मिल के मिल बांट के रहना चाहिए। मेरी सोच तो ये है, कोई गरीब है तो उसकी मदद कर दो, चाहे तुम पे ये पैसा ना हो वैसे ही मदद कर दो, किसी को पानी ही पिला दो। जैसे मदद कई तरह की होती है, जरूरी नहीं होती कि पैसा ही हो, पैसे की मदद नहीं होती, पर कर्म अच्छे करो। ਸੋ ਅਜੇ ਵੀਰ ਦੇ ਜਿਹੜੇ ਜਜ਼ਬਾਤ ਨੇ ਜਾਂ ਇਹਦੀਆਂ ਜਿਹੜੇ ਹੌਸਲਾ ਹੈ ਉਸ ਨੂੰ ਸਲਾਮ ਹੈ, ਕਿਉਂਕਿ ਦੋਨੋਂ ਪੈਰ ਨਹੀਂ ਚੱਲਦੇ ਵੀਰ ਦੇ, ਪਰ ਫਿਰ ਵੀ ਹੌਸਲੇ ਨਾਲ ਆਪਣੀ ਜਿਹੜੀ ਹੈ ਜੀਵਨ ਬਤੀਤ ਕਰ ਰਿਹਾ ਹੈ, ਬੱਚਿਆਂ ਨੂੰ ਵੀ ਪਾ ਰਿਹਾ ਹੈ
ਤੇ ਸੇਧ ਵੀ ਲੈਣੀ ਚਾਹੀਦੀ ਹੈ ਸਾਨੂੰ ਇਹੋ ਜਿਹੇ ਵੀਰਾਂ ਤੋਂ, ਇਹੋ ਜਿਹੇ ਇਨਸਾਨਾਂ ਤੋਂ ਜਿਹੜੇ ਇਸ ਤਰ੍ਹਾਂ ਵੀ ਮਿਹਨਤ ਦੇ ਵਿੱਚ ਆਪਣਾ ਪਰਿਵਾਰ ਪਾਲਣ ਦਾ ਆਪਣੀ ਹਿੰਮਤ ਰੱਖਦੇ ਨੇ। ਬਹੁਤ ਸਾਰੇ ਇਸ ਤਰ੍ਹਾਂ ਦੇ ਇਨਸਾਨ ਨੇ ਜਿਹੜੇ ਬਹਾਨੇ ਬਣਾਉਂਦੇ ਰਹਿੰਦੇ ਨੇ। ਅਜੇ ਜੀ ਮੈਨੂੰ ਇਹ ਦੱਸੋ ਜੀ, ਜਿਵੇਂ ਹੁਣ ਤੁਸੀਂ ਕਿੰਨੇ ਵਜੇ ਆ ਜਾਂਦੇ ਹੋ, ਰੇਹੜੀ ਲਾਉਂਦੇ ਹੋ, ਤੇ ਕਿੰਨੇ ਵਜੇ ਤਾਈਂ ਰਾਤ ਫਿਰ ਇਸ ਤਰ੍ਹਾਂ ਚੱਲਦੇ ਹੋ ਰੋਡ ਤੇ? 5 बजे आते हैं, 5 बजे आते हैं, 5 बजे से लेकर 10-11 बजे तक रहते हैं इधर। 10 बजे तक तो रहते ही हैं, 5 घंटे तो रहते हैं। ਤੇ ਬੱਚੇ ਜਦੋਂ ਆਉਂਦੇ ਨਾਲ ਪੁੱਛਦੇ ਨਹੀਂ ਮਾਤਾ ਜੀ ਬਾਰੇ ਕਿ ਮੰਮੀ ਕਿੱਥੇ ਆ, ਪਿਤਾ ਜੀ ਤੁਹਾਨੂੰ ਪੁੱਛਦੇ? ਤੁਹਾਨੂੰ ਪਤਾ ਸਰ, ਮੇਰਾ 1 ਸਾਲ ਦਾ ਬੱਚਾ था, ਉਹਨੂੰ ਕਿਤਨੀ ਯਾਦ ਹੈਗੀ ਹੈ। ਹਾਂ ਇੰਨੀ ਹੈਗੀ ਯਾਦ ਹੈ ਕਿ ਮਾਂ ਹੈਗੀ थी ਮੇਰੀ, ਮਾਂ ਬਿਮਾਰ ਸੀ, ਇਹਨੇ ਜਾਣਦਾ ਥੋੜਾ ਥੋੜਾ ਯਾਦ ਹੈਗਾ ਉਸਕੋ। ਤੇ ਦਿਨ ਤਿਉਹਾਰ ਤੇ ਰੀਝਾਂ ਕਿਵੇਂ ਪੂਰੀਆਂ ਹੁੰਦੀਆਂ ਇਹਨਾਂ ਦੀਆਂ? ਕਿਉਂਕਿ ਬੱਚਿਆਂ ਨੂੰ ਤਾਂ ਬੜੀਆਂ ਚੀਜ਼ਾਂ ਦੀ ਲੋੜ ਪੈਂਦੀ ਹੈ। ਦੀਵਾਲੀ ਆਉਂਦੀ ਹੈ, ਆਤਿਸ਼ਬਾਜ਼ੀ ਚਾਹੀਦੀ ਹੈ, ਹੋਲੀ ਆਉਂਦੀ ਹੈ, ਬਹੁਤ ਸਾਰੇ ਇਸ ਤਰ੍ਹਾਂ ਦੇ ਤਿਉਹਾਰ ਆਉਂਦੇ ਨੇ, ਤੇ ਬੱਚੇ ਕਿਵੇਂ ਫਿਰ ਸੰਤੁਸ਼ਟ ਹੁੰਦੇ ਨੇ? तो बच्चों को सर मैं दिवा देता हूँ ना, जितना मेरे पे बजट होता है 150 का सामान दिला देता हूँ बच्चों को दिवाली पे। ਤੇ ਅਜੇ ਜੀ ਮੈਨੂੰ ਇਹ ਦੱਸੋ, ਇਸ ਤਰ੍ਹਾਂ ਹੋਇਆ ਕਦੀ ਕਿ ਕਿਸ ਨੇ ਤੁਹਾਡੀ ਮਿਹਨਤ ਤੋਂ ਵੱਧ ਪੈਸੇ ਦਿੱਤੇ ਹੋਣ ਤੁਹਾਨੂੰ, ਅਤੇ ਤੁਸੀਂ ਉਹਦਾ ਨਾਂ ਲਏ ਹੋਣ, ਜਾਂ ਇਸ ਤਰ੍ਹਾਂ ਹੋਇਆ ਹੋਵੇ? ਹੁੰਦਾ ਇਸ ਤਰ੍ਹਾਂ ਕਿ ਤੁਹਾਡੀ ਮਿਹਨਤ ਤੋਂ ਵੱਧ ਪੈਸੇ ਦੇ ਦਿੰਦੇ ਹੋਣ? हाँ, कई लोग अच्छे होते हैं, दे देते हैं, चंगे लोग हैं, मतलब कोई चंगे भी होते हैं, ऐसी बात नहीं है। जमाने में हर तरह का है, किसी की सोच अच्छी भी है तो माड़ी भी होती है, दोनों जमाना ऐसे ही चलता है। ਸੋ ਤੁਸੀਂ ਮਿਹਨਤ ਨੂੰ ਤਰਜੀਹ ਦੇ ਰਹੇ ਹੋ, ਇਹ ਬਹੁਤ ਵੱਡੀ ਇੱਕ ਗੱਲ ਹੈ ਕਿ ਉਹ ਨੌਜਵਾਨਾਂ ਵਾਸਤੇ ਬੜੀ ਮੂੰਹ ਤੇ ਚਪੇੜ ਵੱਜਣ ਵਾਲੀ ਗੱਲ ਹੈ ਕਿ ਇਸ ਹਾਲਾਤ ਦੇ ਵਿੱਚ ਵੀ ਤੁਸੀਂ ਜਿਹੜਾ ਮਿਹਨਤ ਨੂੰ ਤਰਜੀਹ ਦੇ ਰਹੇ ਹੋ, ਅਤੇ ਉਹਨਾਂ ਵਾਸਤੇ ਇੱਕ ਮਿਸਾਲ ਬਣੇ ਹੋ ਜਿਹੜਾ ਮਿਹਨਤ ਨੂੰ ਤਰਜੀਹ ਨਹੀਂ ਦਿੰਦੇ ਅਤੇ ਰੱਬ ਨੂੰ ਤਾਨੇ ਦੇਣ ਤੇ ਜ਼ੋਰ ਰੱਖਦੇ ਨੇ। ताने देना बहुत गलत बात है। रब रब जो करता है चंगा करता है, उसकी कोई गलती नहीं होती, जे गलती होती है हम इंसानों की। ਤੇ ਬੱਚਿਆਂ ਨੂੰ ਕੀ ਬਣਾਉਣਾ ਚਾਹੁੰਦੇ ਹੋ, ਪੜਾਉਣਾ ਚਾਹੁੰਦੇ ਹੋ? ਕਿਹੜੀ ਕਿਹੜੀ ਕਲਾਸ 'ਚ ਪੜ੍ਹਦੇ ਨੇ ਬੱਚੇ? बच्चे एक नर्सरी ते जाता है, एक दूसरी क्लास। ਹਰ ਬਾਪ ਦਾ ਸੁਪਨਾ ਹੁੰਦਾ ਕਿ ਮੇਰੇ ਬੱਚੇ ਪੜ੍ਹ ਲਿਖ ਕੇ ਵਧੀਆ ਅਫਸਰ ਬਣਨ। ਕੀ ਸੋਚਿਆ ਤੁਸੀਂ ਬਣਾਉਣ ਬਾਰੇ? वो कहता है, छोटा वाला कहता है मैंने पुलिस बनना है, और वो कहता है मैंने मेहनत मजदूरी करके अब उसकी सोच है भाई, वो छोटा वो सीधे दिमाग का है ना, एक ये तेज वाला है, वो तो कहता है मैंने पुलिस बनना है। ਆ ਵੀਰ ਦੇ ਚਿਹਰੇ ਦਾ ਵੇਖ ਲਓ ਜੀ, ਇੰਨੀ ਮਜਬੂਰੀਆਂ ਨੇ, ਇੰਨੀਆਂ ਮੁਸੀਬਤਾਂ ਨੇ, ਪਰ ਚਿਹਰੇ ਤੇ ਹਾਸਾ ਵੀ ਉਹੀ ਹੈ। ਤੇ ਇਸ ਹਾਸੇ ਨਾਲ ਹੀ ਉਹ ਜਿਹੜਾ ਇਸ ਚਿਹਰੇ ਦੀ ਮੁਸਕਾਨ ਨਾਲ ਹੀ ਆਪਣੇ ਬੱਚਿਆਂ ਨੂੰ ਪਾ ਰਿਹਾ ਤੇ ਆਪਣਾ ਪਰਿਵਾਰ ਚਲਾ ਰਿਹਾ ਹੈ। ਤੇ ਬੇਟਾ ਨਾਲ ਗੱਲ ਕਰਨੀ ਚਾਹੁੰਦੇ ਆ, ਬੇਟੇ ਨੂੰ ਬੁਲਾਇਓ 2 ਮਿੰਟ ਇੱਧਰ। ਬੇਟਾ ਇੱਧਰ ਆ, ਕੀ ਨਾਮ ਕੀ ਹੈ ਤੁਹਾਡਾ? कृष्णा कितनी बार बताऊं? ਤੋ ਨਾਮ ਤਾਂ ਬਹੁਤ ਵਧੀਆ ਤੇਰਾ ਹੈ। ਪੜ੍ਹਦੇ ਹੋ ਤੁਸੀਂ? पढ़ता हूँ ਕਿਹੜੀ ਕਲਾਸ 'ਚ? नर्सरी से, अभी पापा ने बताया ना। ਤੇ ਬੇਟਾ ਇਹਨੂੰ ਇਹ ਦੱਸੋ, ਤੁਸੀਂ ਰੇੜੀ ਨੂੰ ਰੇੜ ਰਹੇ ਸੀ ਪਿਤਾ ਜੀ ਦੇ ਨਾਲ, ਤੇ ਰੋਜ਼ ਹੀ ਆਉਂਦੇ ਹੋ ਇਸ ਤਰ੍ਹਾਂ? रोज ही आते हैं, डेली। ਇਹ ਬੇਟਾ ਜੀ ਪੜਨ ਤੋਂ ਬਾਅਦ ਕਿਸ ਚੀਜ਼ ਦਾ ਅਫਸਰ ਬਣਨਾ ਤੁਸੀਂ? पुलिस अफसर। ਪੁਲਿਸ ਅਫਸਰ। ਜਦੋਂ ਪੁਲਿਸ ਅਫਸਰ ਬਣ ਜਾਓਗੇ ਫਿਰ ਪਿਤਾ ਜੀ ਨੂੰ ਰੇੜੀ ਲਾਉਂਦੇ ਨਹੀਂ ਜਾਂ ਨਹੀਂ ਲਾਉਂਦੇ? ਨਹੀਂ, रेडी लगाएंगे। ਫਿਰ ਵੀ ਲਾਣੀ ਹੈ। ਸੋ ਬੱਚੇ ਰੱਬ ਦਾ ਰੂਪ ਹੁੰਦੇ ਨੇ, ਵੱਡੇ ਸੁਪਨੇ ਨੇ ਬੱਚੇ ਦੇ ਵੀ, ਤੇ ਬੱਚੇ ਦੇ ਬਾਪ ਦਾ ਤੇ ਮਿਹਨਤ ਦੇ ਜਜ਼ਬੇ ਨੂੰ ਅਸੀਂ ਸਲਾਮ ਕਰਦੇ ਹਾਂ। ਨੇਸ਼ਨ ਪੋਸਟ ਦੀ ਟੀਮ ਇਸ ਤਰ੍ਹਾਂ ਦੇ ਇਨਸਾਨਾਂ ਨਾਲ ਹਮੇਸ਼ਾ ਹੀ ਹਮਦਰਦੀ ਰੱਖਦੀ ਹੈ। ਸੋ ਵੀਰ ਸਾਡਾ ਮਿਹਨਤ ਨਾਲ ਆਪਣਾ ਪਰਿਵਾਰ ਪਾ ਰਿਹਾ ਹੈ, ਤੇ ਸੇਧ ਲੈਣ ਦੀ ਲੋੜ ਹੈ ਇਹੋ ਜਿਹੇ ਵੀਰਾਂ ਤੋਂ ਜਿਹੜੇ ਮਿਹਨਤ ਤੋਂ ਭੱਜਦੇ ਨੇ। ਪਰ ਇਸ ਵੀਰ ਦੀਆਂ ਅਪਾਹਿਜ ਜ਼ਰੂਰ ਹੈ, ਪਰ ਇਸ ਦੀ ਅਪਾਹਿਜ ਸੋਚ ਨਹੀਂ ਹੈ। ਸੋਚ ਨੂੰ ਸਲਾਮ ਹੈ, ਜਜ਼ਬੇ ਨੂੰ ਸਲਾਮ ਹੈ, ਤੇ ਹੌਸਲੇ ਨੂੰ ਸਲਾਮ ਹੈ ਕਿ ਇਸ ਤਪਦੀ ਧੁੱਪ ਦੇ ਵਿੱਚ ਵੀ ਇਹ ਰੇਹੜੀ ਲਾਉਂਦਾ ਅਤੇ ਬੱਚਿਆਂ ਦਾ ਪਾਲਣ ਪੋਸ਼ਣ ਕਰ ਰਿਹਾ ਤੇ ਪਰਿਵਾਰ ਚਲਾ ਰਿਹਾ। ਸੋ ਮੈਨੂੰ ਦਿਓ ਇਜਾਜ਼ਤ, ਮੈਂ ਹਾਂ ਤੁਹਾਡਾ ਦੋਸਤ ਧਰਮਵੀਰ ਜੀ ਲਾਲੀ। ਤੁਸੀਂ ਜੁੜੇ ਰਹੋ ਨੇਸ਼ਨ ਪੋਸਟ ਨਾਲ।